हेलो एवरीवन सो ਅੱਜ ਅਸੀਂ ਡਿਸਕਸ ਕਰਾਂਗੇ ਇੱਕ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਫॉर PSPCL ਕਲਰਕ ਐਂਡ ਅਗਰ ਕੋਈ ਬੱਚਾ ਆਨਲਾਈਨ ਕਲਾਸਿਸ ਜਾਂ ਆਫਲਾਈਨ ਕਲਾਸਿਸ ਲੈਣਾ ਚਾਹੁੰਦਾ ਹੈ ਜਾਂ ਟੈਸਟ ਪੇਪਰਸ ਲੈਣਾ ਚਾਹੁੰਦਾ ਹੈ ਬੁੱਕ ਮਟੀਰੀਅਲ ਲੈਣਾ ਚਾਹੁੰਦਾ ਹੈ ਤਾਂ ਉਹ ਗਿਵਨ ਨੰਬਰ ਤੇ ਕਾਲ ਕਰ ਸਕਦਾ ਹੈ ਔਰ ਕਾਲ ਕਰਕੇ ਆਪਣੀ ਇਨਕੁਆਇਰੀ ਕਰ ਸਕਦਾ ਹੈ ਸੋ ਹਰੀ ਐਜ਼ ਸੂਨ ਐਜ਼ ਪੋਸੀਬਲ ਸੋ ਲੈਟਸ ਸਟਾਰਟ ਵਿਦ ਦ ਕੁਐਸਚਨਸ ਹੁਣ ਅਸੀਂ ਸਭ ਤੋਂ ਪਹਿਲਾਂ ਆਉਂਦੇ ਹਾਂ ਕੁਐਸਚਨ ਨੰਬਰ 1 ਤੇ ਹੁਣ ਕੁਐਸਚਨ ਨੰਬਰ 1 ਦੇ ਵਿੱਚ ਕੀ ਹੈ ਅ ਸੈਂਟੈਂਸ ਇਜ਼ ਡਿਵਾਈਡਡ ਇਨਟੂ 4 ਪਾਰਟਸ ਐਜ਼ ਸ਼ੋਨ ਬਿਲੋ ਹੁਣ ਜਿਹੜੇ ਸੈਂਟੈਂਸਿਸ ਨੇ ਉਹਨਾਂ ਨੇ 4 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਸਿਲੈਕਟ ਦ ਪਾਰਟ ਆਫ ਦ ਸੈਂਟੈਂਸ ਦੈਟ ਹੈਜ਼ ਅ ਗ੍ਰਾਮੈਟੀਕਲ ਐਰਰ ਹੁਣ ਆਪਾਂ ਉਹ ਪਾਰਟ ਲੱਭਣਾ ਹੈ ਜਿਹਦੇ ਵਿੱਚ ਗ੍ਰਾਮੈਟੀਕਲ ਐਰਰ ਹੋਏਗਾ ਸੋ ਲੈਟਸ ਰੀਡ ਦ ਸੈਂਟੈਂਸ ਫਸਟ ਰਾਵੀ ਹੈਜ਼ ਬੀਨ ਲਿਵਡ ਇਨ ਦ ਸਿਟੀ ਫॉर द पास्ट 7 ईयर्स ਹੁਣ ਇਸ ਸੈਂਟੈਂਸ ਦੇ ਵਿੱਚ ਕੀ ਹੈ ਰਾਵੀ ਦੀ ਗੱਲ ਹੋਈ ਹੈ ਵੀ ਉਹ ਪਾਸਟ 7 ਈਅਰਸ ਪਿਛਲੇ 7 ਸਾਲ ਤੋਂ ਇਸ ਸਿਟੀ ਦੇ ਵਿੱਚ ਰਹਿ ਰਿਹਾ ਹੈ ਕਿਉਂਕਿ ਹੁਣ ਉਹ ਕੰਟੀਨਿਊਸ ਰਹਿ ਰਿਹਾ ਹੈ ਬਟ ਇਸ ਸੈਂਟੈਂਸ ਦੇ ਵਿੱਚ ਉਹਨਾਂ ਨੇ ਕੰਟੀਨਿਊਏਸ਼ਨ ਦੀ ਕੋਈ ਗੱਲ ਨਹੀਂ ਕੀਤੀ ਹੈ ਸੋ ਐਰਰ ਸਾਡਾ ਹੋਇਆ ਪਾਰਟ ਬੀ ਦੇ ਵਿੱਚ ਹੈਜ਼ ਬੀਨ ਲਿਵਡ ਦੇ ਵਿੱਚ ਪ੍ਰੋਬਲਮ ਹੈ ਸੋ ਇਹਦਾ ਜਿਹੜਾ ਆਨਸਰ ਰਹੇਗਾ ਹੁਣ ਹੈਜ਼ ਬੀਨ ਲਿਵਡ ਦੇ ਵਿੱਚ ਹੈ ਆਉਣਾ ਕੀ ਚਾਹੀਦਾ ਹੈਜ਼ ਬੀਨ ਲਿਵਿੰਗ ਆਉਣਾ ਚਾਹੀਦਾ ਕਿਉਂਕਿ ਅਸੀਂ ਜਦੋਂ ਕੰਟੀਨਿਊਸ ਦੀ ਗੱਲ ਕਰਦੇ ਹਾਂ ਤਾਂ ਕੰਟੀਨਿਊਸ ਦੇ ਵਿੱਚ ਵਰਬ ਦੀ ਫਰਸਟ ਫਾਰਮ ਪਲੱਸ ING ਆਉਂਦਾ ਸੋ ਹੈਜ਼ ਬੀਨ ਲਿਵਿੰਗ ਆਉਣਾ ਚਾਹੀਦਾ ਇਹ ਵਰਬ ਦੀ ਫਰਸਟ ਫਾਰਮ ਪਲੱਸ ING ਇਸ ਨਾਲ ਕੀ ਬਣਦਾ ਸਾਡਾ continuous so Ravi has been living in the city for the past 7 years let's get to the next question ਦੇ ਵਿੱਚ ਕੀ ਹੈ the following 5 sentences have been taken from a paragraph ਹੁਣ ਕੁਝ sentences ਨੇ paragraph ਚ ਲਿੱਤੇ ਹੋਏ ਨੇ the first and the last sentence are given and the 3 sentences in between are jumbled rearrange the middle sentence so that we have a coherent paragraph ਅਸੀਂ ਕੀ ਕਰਨਾ ਹੈ ਕਿ ਇਹਨਾਂ ਸੈਂਟੈਂਸਿਸ ਨੂੰ ਰੀਅਰੇਂਜ ਕਰਨਾ ਹੈ ਸਾਡੇ ਕੋਲ ਫਰਸਟ ਸੈਂਟੈਂਸ ਗਿਵਨ ਹੈ ਅਤੇ ਬਾਕੀਆਂ ਨੂੰ ਅਸੀਂ ਰੀਅਰੇਂਜ ਕਰਾਂਗੇ ਫਰਸਟ ਹੈਗਾ ਅ ਵਰਡ ਇਨ ਦ ਇੰਗਲਿਸ਼ ਲੈਂਗੁਏਜ ਹੈਜ਼ 1 ਔਰ ਮੋਰ ਸਿਲੇਬਲਸ ਇਹ ਤਾਂ ਹੋ ਗਿਆ ਹੁਣ ਸਾਡਾ ਫਰਸਟ ਪਾਰਟ ਇੰਨਾ ਤਾਂ ਸਾਰਿਆਂ ਨੂੰ ਕਲੀਅਰ ਹੈ ਸੈਕਿੰਡ ਹੈਗਾ ਕਿਊ ਆਪਸ਼ਨ ਦਿੱਤਾ ਹੈ ਵੋਵਲਸ ਜਨਰਲੀ ਟੇਕ ਅ ਸੈਂਟਰਲ ਪੋਜੀਸ਼ਨ ਇਨ ਅ ਸਿਲੇਬਲ ਹੁਣ ਵੋਵਲਸ ਦੀ ਪੋਜੀਸ਼ਨ ਬਾਰੇ ਦੱਸਿਆ ਇੱਥੇ ਆਰ ਹੈਗਾ ਅ ਸਿਲੇਬਲ ਆਲਸੋ ਕੋਰਸਪੋਂਡਸ ਟੂ ਅ ਚੈਸਟ ਪਲਸ muscular movement pushing the air out of the lungs ਹੁਣ syllable also ਉਹਨੂੰ ਕੀ ਕਿਹਾ ਜਾਂਦਾ ਵੀ ਚੈਸਟ ਪਲਸ ਨੂੰ ਕਿਹਾ ਜਾਂਦਾ ਇੱਕ ਮਸਕੂਲਰ ਮੂਵਮੈਂਟ ਹੁੰਦਾ ਜਿਹਦੇ ਨਾਲ ਸਾਡੇ ਲੰਗਸ ਵਿੱਚੋਂ 에ਅਰ ਨਿਕਲਦੀ ਹੈ ਤੇ ਇਸ ਦੇ ਵਿੱਚ ਹੈਗਾ in each syllable there is one sound usually a vowel that is more prominent than the rest ਹੁਣ ਜਦੋਂ ਅਸੀਂ ਇਹਨਾਂ ਤਿੰਨਾਂ ਨੂੰ ਪੜ੍ਹਿਆ ਤਿੰਨਾਂ ਨੂੰ ਪੜ੍ਹਨ ਤੋਂ ਬਾਅਦ ਇੱਕ ਚੀਜ਼ ਸਾਨੂੰ ਸਮਝ ਆਈ ਜਿਹੜਾ ਪੁਆਇੰਟ ਆਰ ਹੈ ਇਹ ਥੋੜ੍ਹਾ ਡਿਫਰੈਂਟ ਹੈ ਇਹ ਦੋਨਾਂ ਨਾਲੋਂ ਸਾਡੇ ਪੈਰਾ ਵਿੱਚੋਂ ਇਹ ਥੋੜ੍ਹਾ ਡਿਫਰੈਂਟ ਹੈ ਬਿਕੋਜ਼ ਇਹਦੇ ਵਿੱਚ ਜਿਹੜੇ ਸਿਲੇਬਲ ਦੀ ਗੱਲ ਹੋਈ ਹੈ ਉਹ ਇੱਕ ਸਿਲੇਬਲ ਦੇ ਡਿਫਰੈਂਟ ਮੀਨਿੰਗ ਦੀ ਗੱਲ ਹੋਈ ਹੈ ਡਿਫਰੈਂਟ ਮੀਨਿੰਗ ਦੈਟਸ ਵਾਈ ਸੋ ਇਹਦਾ ਜਿਹੜਾ ਆਨਸਰ ਹੈ ਉਹ ਕੀ ਰਹੇਗਾ ਅ ਵਰਡ ਇਨ ਦ ਇੰਗਲਿਸ਼ ਲੈਂਗੁਏਜ ਹੈਜ਼ 1 or more syllable in each syllable there is one sound usually a vowel that is more prominent than the rest Vowels generally take a central position in syllable. A syllable also corresponds to a chest pulse, a muscular movement pushing the air out of the lungs. So ਸਾਡੀ ਜਿਹੜੀ sequence ਹੈ ਉਹ ਕੀ ਰਹੇਗੀ S, Q and R. SQR ਸਾਡੀ right sequence ਰਹੇਗੀ. So option ਇਹਦੇ ਵਿੱਚ ਤੁਹਾਡਾ ਜਿਹੜਾ correct option ਹੋਏਗਾ ਉਹ ਹੈਗਾ SQR. ਇਹ ਆਰ ਲਾਸਟ ਵਿੱਚ ਤਾਂ ਆਇਆ ਬਿਕੋਜ਼ ਇਟ ਹੈਡ ਦ ਡਿਫਰੈਂਟ ਮੀਨਿੰਗ ਹੁਣ ਇਹਦੇ ਵਿੱਚ ਕੀ ਸੀਗਾ ਡਿਫਰੈਂਟ ਮੀਨਿੰਗ ਸੀਗਾ ਦੈਟਸ ਵਾਈ ਆਰ ਅਸੀਂ ਐਂਡ ਵਿੱਚ ਯੂਜ਼ ਕੀਤਾ ਹੁਣ ਅਸੀਂ ਆਪਣੇ ਨੈਕਸਟ ਕੁਐਸਚਨ 'ਤੇ ਆਉਂਦੇ ਹਾਂ ਨੈਕਸਟ ਕੁਐਸਚਨ ਕੀ ਹੈ ਹੁਣ ਨੈਕਸਟ ਕੁਐਸਚਨ ਵਿੱਚ ਹੈ ਸਿਲੈਕਟ ਦ ਕਰੈਕਟ ਆਰਡਰ ਆਫ ਦ ਪਾਰਟਸ ਆਫ ਦ ਸੈਂਟੈਂਸ ਟੂ ਫਾਰਮ ਅ ਮੀਨਿੰਗਫੁਲ ਸੈਂਟੈਂਸ ਹੁਣ ਇੱਕ ਆਰਡਰ ਦਿੱਤਾ ਹੋਇਆ ਤਾਂ ਅਸੀਂ ਕੀ ਕਰਨਾ ਇੱਕ ਮੀਨਿੰਗਫੁਲ ਸੈਂਟੈਂਸ ਲਿਖਣਾ ਹੈ ਆਰਡਰ ਨੂੰ ਠੀਕ ਕਰਦੇ ਹੋਏ ਸੋ ਇਹ ਹੈਗਾ ਦ ਬੇਬੀ ਬਰਡ ਇਹਦੇ ਵਿੱਚ ਹੈ ਆਲ ਡੇ ਬੀ 'ਚ ਹੈਗਾ ਹੈਡ ਬੀਨ ਸੀ 'ਚ ਹੈ ਵੇਅਰ ਸ਼ੀ ਅਤੇ ਡੀ 'ਚ ਹੈ ਆਸਟ ਹਰ ਮਦਰ ਸੋ ਜਿਹੜਾ ਇਹਦਾ ਰਾਈਟ ਆਨਸਰ ਹੈ
ਜਿਹੜਾ ਇਹਦਾ ਰਾਈਟ ਆਂਸਰ ਹੈ ਉਹ ਰਾਈਟ ਆਂਸਰ ਰਹੇਗਾ DCBA। दिस इज़ द राइट आंसर। की बनेगा द बेबी बर्ड आस्क्ड हर मदर वेयर शी हैड बीन ऑल डे। बेबी बर्ड ने अपने मदर ਨੂੰ ਪੁੱਛਿਆ ਵੀ ਉਹ ਕਿੱਥੇ ਸੀ ਸਾਰਾ ਦਿਨ। सो DCBA विल बी द राइट आंसर। ਹੁਣ ਨੈਕਸਟ ਕੁਐਸਚਨ ਤੇ ਆਉਂਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਕੀ ਹੈ, ਸਿਲੈਕਟ ਦ ਮੋਸਟ ਐਪਰੋਪਰੀਏਟ ਐਂਟੋਨਿਮ ਆਫ ਦ ਅੰਡਰਲਾਈਨਡ ਵਰਡ। ਹੁਣ ਐਂਟੋਨਿਮ ਹੁੰਦਾ ਕੋਈ ਵੀ ਵਰਡ ਹੈ ਜਿਹੜਾ ਉਹਦਾ ਆਪੋਜ਼ਿਟ ਹੋਏਗਾ, ਉਹਦਾ ਮੀਨਿੰਗ ਆਪੋਜ਼ਿਟ ਨਿਕਲੇਗਾ, ਉਹਨੂੰ ਅਸੀਂ ਐਂਟੋਨਿਮ ਕਹਿੰਦੇ ਹਾਂ। ਸਿਮਿਲਰ ਮੀਨ ਵਾਲੇ ਵਰਡਸ ਨੂੰ ਅਸੀਂ ਸਿਨੋਨਿਮ ਕਹਿ ਦਿੰਦੇ ਹਾਂ ਅਤੇ ਆਪੋਜ਼ਿਟ ਵਾਲਿਆਂ ਨੂੰ ਐਂਟੋਨਿਮ ਕਹਿ ਦਿੰਦੇ ਹਾਂ। ਕੁਐਸਚਨ ਹੈਗਾ, ਦ ਸੇਂਟ ਕਾਲਡ ਅਪॉन ਹਿਜ਼ ਫॉलोअर्स ਟੂ ਗਿਵ ਅਪ ਮੰਡੇਨ ਪਲੇਜ਼ਰ। ਮੰਡੇਨ ਦਾ ਮਤਲਬ ਹੁੰਦਾ ਕੋਈ ਵੀ ਚੀਜ਼ ਆਰਡੀਨਰੀ ਹੋਵੇ, ਆਮ ਹੋਵੇ। ਹੁਣ ਇਹਦਾ ਆਪੋਜ਼ਿਟ ਆਰਡੀਨਰੀ ਪਲੇਜ਼ਰ ਦੀ ਉਹਨੇ ਗੱਲ ਕੀਤੀ ਹੈ, ਪਰ ਇਹਦਾ ਜਿਹੜਾ ਐਂਟੋਨਿਮ ਹੋਏਗਾ, ਆਪੋਜ਼ਿਟ ਹੋਏਗਾ, ਉਹ ਹੋਏਗਾ heavenly। so heavenly is the right answer B, heavenly। question 8 ਦੇ ਵਿੱਚ ਹੈਗਾ, select the grammatically correct sentence। ਹੁਣ ਇਹਦੇ ਵਿੱਚ ਸਾਨੂੰ 4 ਸੈਂਟੈਂਸ ਦਿੱਤੇ ਹੋਏ ਆ, ਅਸੀਂ ਉਹਨਾਂ ਵਿੱਚੋਂ ਜਿਹੜਾ ਗ੍ਰਾਮੈਟਿਕਲੀ ਕਰੈਕਟ ਹੈ ਅਸੀਂ ਉਸ ਨੂੰ ਚੂਜ਼ ਕਰਨਾ ਹੈ। ਸੋ ਨੰਬਰ A ਦੇ ਵਿੱਚ ਹੈਗਾ, A ਪੁਆਇੰਟ ਹੈਗਾ, you would better consult a physician or you may be sick। ਹੁਣ would ਹੁੰਦਾ will ਦੀ ਪਾਸਟ ਫਾਰਮ ਔਰ ਪ੍ਰੋਬੇਬਿਲਿਟੀ ਵਾਸਤੇ ਅਸੀਂ ਯੂਜ਼ ਕਰਦੇ ਹਾਂ, ਸੋ A ਪਾਰਟ ਨਹੀਂ ਹੈ। B ਹੈਗਾ, you will be better consult a physician or you will be sick। no sense, ਦੋਨੋਂ ਹੀ ਕਲੌਜ਼ ਫਿਊਚਰ ਟੈਂਸ ਦੇ ਵਿੱਚ ਨੇ। ਹਾਲਾਂਕਿ ਅਗਰ ਇੱਕ ਫਿਊਚਰ 'ਚ ਹੈ ਤਾਂ ਦੂਸਰਾ ਕਿਸੇ ਹੋਰ ਟੈਂਸ 'ਚ ਹੋਣਾ ਚਾਹੀਦਾ ਹੈ। C 'ਚ ਹੈਗਾ, you had better consult a physician or you will be sick। ਔਰ D ਹੈ, you have better consult a physician or you will be sick। ਸੋ ਇਸ ਪੁਆਇੰਟ ਦਾ ਜਿਹੜਾ ਕਰੈਕਟ ਆਂਸਰ ਹੈ ਉਹ ਰਹੇਗਾ C। you had better consult a physician ਮਤਲਬ ਫਿਜ਼ੀਸ਼ੀਅਨ ਨੂੰ ਕੰਸਲਟ ਕੀਤਾ ਹੋਣਾ ਚਾਹੀਦਾ, ਨਹੀਂ ਤਾਂ ਤੁਸੀਂ ਬਿਮਾਰ ਹੋ ਜਾਓਗੇ, you will be sick। ਸੋ 4 ਦਾ ਜਿਹੜਾ ਕਰੈਕਟ ਆਂਸਰ ਹੈ ਉਹ ਰਹੇਗਾ ਪੁਆਇੰਟ C। ਕੁਐਸਚਨ 5 ਦੇ ਵਿੱਚ ਹੈਗਾ, ਸਿਲੈਕਟ ਦ ਮੋਸਟ ਐਪਰੋਪਰੀਏਟ ਮੀਨਿੰਗ ਆਫ ਦ ਅੰਡਰਲਾਈਨ ਵਰਡਸ। ਹੀ ਇਜ਼ ਹੌਟੀ ਐਂਡ ਡਜ਼ ਨਾਟ ਲਿਸਨ ਟੂ ਐਨੀ ਵਨ। ਹੁਣ ਇਹਦੇ ਵਿੱਚ ਕੀ ਕਰਨਾ, ਅਸੀਂ ਐਪਰੋਪਰੀਏਟ ਮੀਨਿੰਗ ਲੱਭਣਾ ਹੈ, ਮਤਲਬ ਹੌਟੀ ਦਾ ਮਤਲਬ ਕੀ ਹੁੰਦਾ ਹੈ, ਐਗਜ਼ੈਕਟ ਮੀਨਿੰਗ। ਸੋ ਹੌਟੀ ਦਾ ਐਕਚੁਅਲ ਮਤਲਬ ਹੁੰਦਾ ਬਹੁਤ ਜ਼ਿਆਦਾ ਪ੍ਰਾਊਡੀ ਹੋਣਾ, ਯਾਨੀ ਐਰੋਗੈਂਟ ਹੋਣਾ। ਸੋ ਹੌਟੀ ਡਾਇਰੈਕਟਲੀ ਮੀਨਸ ਐਰੋਗੈਂਟ। ਸੋ D ਇਜ਼ ਦ ਕਰੈਕਟ ਆਂਸਰ। ਕੁਐਸਚਨ 6 ਦੇ ਵਿੱਚ ਹੈਗਾ, ਸਿਲੈਕਟ ਦ ਮੋਸਟ ਐਪਰੋਪਰੀਏਟ ਐਂਟੋਨਿਮ ਆਫ ਦ ਅੰਡਰਲਾਈਨ ਵਰਡ। ਹੀ ਵਾਜ਼ ਰਿਲਕਟੈਂਟ ਟੂ ਲੀਵ ਦ ਵਿਲੇਜ ਫॉर ਦ ਜੋਬ ਹੀ ਲਾਈਕ ਦ ਮੋਸਟ। ਰਿਲਕਟੈਂਟ ਹੋਣਾ ਕਿਸੇ ਚੀਜ਼ ਲਈ, ਤੁਸੀਂ ਡਬਲ ਮਾਈਂਡਡ ਹੋਣਾ, ਵੀ ਮਤਲਬ ਨਾ ਜੀ ਕਰਨੀ। ਹੀ ਵਾਜ਼ ਰਿਲਕਟੈਂਟ ਮਤਲਬ ਉਹ ਰਿਲਕਟੈਂਟ ਸੀ, ਉਹਦੇ ਲਈ ਮੁਸ਼ਕਿਲ ਸੀ ਵਿਲੇਜ ਨੂੰ ਛੱਡਣਾ, ਹਾਲਾਂਕਿ ਉਸ ਜੋਬ ਲਈ ਜਿਹੜੀ ਉਹਨੂੰ ਬਹੁਤ ਪਸੰਦ ਸੀਗੀ। ਸੋ ਕਿਉਂਕਿ ਰਿਲਕਟੈਂਟ ਦਾ ਆਪੋਜ਼ਿਟ ਅਸੀਂ ਮੀਨਿੰਗ ਲੱਭਣਾ ਹੈ, ਤਾਂ ਆਪੋਜ਼ਿਟ ਮਤਲਬ ਹੋਏਗਾ ਵਿਲਿੰਗ ਹੋਣਾ, ਵੀ ਹਾਂ ਮੈਂ ਛੱਡ ਸਕਦਾ ਹਾਂ। ਸੋ ਇਹਦਾ ਜਿਹੜਾ ਕਰੈਕਟ ਆਂਸਰ ਹੈ ਉਹ ਰਹੇਗਾ ਵਿਲਿੰਗ। ਰਿਲਕਟੈਂਟ ਦਾ ਆਪੋਜ਼ਿਟ ਹੋਇਆ ਵਿਲਿੰਗ। ਨੈਕਸਟ ਸਾਡੇ ਕੋਲ ਆਉਂਦਾ ਹੈ, ਫਾਈਂਡ ਦ ਵਰਡ ਵਿਚ ਇਜ਼ ਕਰੈਕਟਲੀ ਸਪੈਲਡ। ਹੁਣ ਇਹਦੇ ਵਿੱਚ ਸਾਨੂੰ 4 ਵਰਡਸ ਦਿੱਤੇ ਹੋਏ ਨੇ, ਇਹਨਾਂ ਵਿੱਚ ਅਸੀਂ ਉਹ ਵਰਡ ਲੱਭਣਾ ਹੈ ਜਿਹੜਾ ਕਰੈਕਟਲੀ ਸਪੈਲਡ ਹੋਵੇ। ਸਭ ਤੋਂ ਪਹਿਲਾਂ ਹੈਗਾ ਕੌਂਟੀਨਮ। ਕੌਂਟੀਨਮ ਇਜ਼ ਅ ਨੋ ਵਰਡ, ਇਹ ਕੋਈ ਵਰਡ ਨਹੀਂ ਹੁੰਦਾ। ਫਿਰ ਆਉਂਦਾ ਕੌਂਟੀਨੀਅਮ, ਇਹ ਵੀ ਕੋਈ ਵਰਡ ਨਹੀਂ ਹੁੰਦਾ। ਸਿਮਿਲਰਲੀ ਕੌਂਟੀਨੀਅਮ ਨੋਰ ਦਿਸ, ਇਹ ਵੀ ਕੋਈ ਵਰਡ ਨਹੀਂ ਹੁੰਦਾ। ਕਰੈਕਟ ਆਂਸਰ ਹੈ ਸਾਡਾ C, ਕੌਂਟੀਨਮ, NWM। ਹੁਣ ਇਹਦਾ ਕੀ ਮਤਲਬ ਹੁੰਦਾ, ਇਹਦਾ ਮਤਲਬ ਹੁੰਦਾ ਇੱਕ ਕੰਟੀਨਿਊਸ ਸੀਕੁਐਂਸ ਹੋਣਾ, ਇੱਕ ਕੰਟੀਨਿਊਸ ਸੀਕੁਐਂਸ ਹੋਣਾ, ਉਹਦਾ ਮਤਲਬ ਹੁੰਦਾ ਕੰਟੀਨਮ। ਸੋ ਕਰੈਕਟ ਆਂਸਰ ਤੁਹਾਡਾ ਰਹੇਗਾ ਆਂਸਰ C। ਕੁਐਸਚਨ 8 ਤੇ ਆਉਂਦੇ ਹਾਂ। ਹੁਣ ਕੁਐਸਚਨ 8 ਦੇ ਵਿੱਚ ਕੀ ਹੈ, ਸਿਲੈਕਟ ਦ ਮੋਸਟ ਐਪਰੋਪਰੀਏਟ ਆਪਸ਼ਨ ਟੂ ਫਿਲ ਇਨ ਦ ਬਲੈਂਕਸ। ਹੁਣ ਅਸੀਂ ਬਲੈਂਕਸ ਫਿਲ ਕਰਨੀਆਂ ਨੇ ਅਤੇ ਐਪਰੋਪਰੀਏਟ ਆਪਸ਼ਨ ਲੱਭਣਾ ਹੈ। ਵੈਨ ਵੀ ਲੁੱਕ ਡਾਊਨ ਐਂਡ ਵਾਕ ਵੀ ਕੈਨ ਬੰਪ ਡੈਸ਼ ਪੀਪਲ ਐਂਡ ਥਿੰਗਸ ਲਾਈਕ ਪੋਲਸ ਐਂਡ ਟਰੀਜ਼। ਜਦੋਂ ਅਸੀਂ ਡਾਊਨ ਜਾਂ ਵਾਕ ਦੀ ਗੱਲ ਕਰਦੇ ਹਾਂ, ਵੀ ਜਦੋਂ ਅਸੀਂ ਥੱਲੇ ਦੇਖ ਰਹੇ ਹੁੰਦੇ ਹਾਂ ਜਾਂ ਤੁਰ ਰਹੇ ਹੁੰਦੇ ਹਾਂ, ਵੀ ਕੈਨ ਬੰਪ ਮਤਲਬ ਹੁੰਦਾ ਹੈ ਟਕਰਾ ਜਾਣਾ,
ਡੈਸ਼ ਪੀਪਲ ਲੋਕਾਂ ਦੇ ਵਿੱਚ ਟਕਰਾਉਣਾ। ਜਿਹੜਾ ਵਿੱਚ ਟਕਰਾਉਣ ਵਾਲਾ ਕੀ ਹੁੰਦਾ, ਇੱਕ ਮੋਸ਼ਨ ਹੁੰਦਾ। ਸੋ ਅਸੀਂ ਅਗਲੇ ਦੇ ਵਿੱਚ ਨਹੀਂ ਵੜ ਜਾਂਦੇ ਬਟ ਟਕਰਾਉਂਦੇ ਹਾਂ। ਸੋ ਉਸ ਚੀਜ਼ ਨੂੰ ਅਸੀਂ ਕੀ ਕਹਿੰਦੇ ਹਾਂ, ਇਨਟੂ। ਸੋ ਕਰੈਕਟ ਆਨਸਰ ਰਹੇਗਾ ਤੁਹਾਡਾ ਇਨਟੂ। ਇਨਟੂ ਪੀਪਲ। ਸੋ ਇਹ ਬਣੇਗਾ ਵੈਨ ਵੀ ਲੁੱਕ ਡਾਊਨ ਐਂਡ ਵਾਕ ਵੀ ਕੈਨ ਬੰਪ ਇਨਟੂ ਪੀਪਲ ਐਂਡ ਥਿੰਗਸ ਲਾਈਕ ਪੋਲਸ ਐਂਡ ਟਰੀਜ਼। ਮਤਲਬ ਲੋਕਾਂ ਦੇ ਵਿੱਚ ਵੀ ਜਾਂ ਕੋਈ ਖੱਡੇ ਆ ਜਾਂ ਪੇੜ ਪੌਦਿਆਂ ਦੇ ਵਿੱਚ ਵੀ ਟਕਰਾ ਸਕਦੇ ਹਾਂ। ਸੋ ਲੈਟਸ ਗੋ ਟੂ ਦ ਸੈਕਿੰਡ ਕੁਐਸਚਨ ਨੰਬਰ 9। ਹੁਣ 9 ਦੇ ਵਿੱਚ ਕੀ ਹੈ, ਸਿਲੈਕਟ ਦ ਮੋਸਟ ਐਪਰੋਪਰੀਏਟ ਆਪਸ਼ਨ। ਹੁਣ ਇਹਦੇ ਵਿੱਚ ਵੀ ਅਸੀਂ ਇੱਕ ਐਪਰੋਪਰੀਏਟ ਆਪਸ਼ਨ ਲੱਭਣਾ ਅਤੇ ਆਪਣਾ ਫਿਲਅਪ ਕਰਨਾ ਹੈ। ਵੈਨ ਵੀ ਲੁੱਕ ਡੈਸ਼ ਐਂਡ ਵਾਕ ਵੀ ਕੈਨ ਟ੍ਰਿਪ ਓਵਰ ਥਿੰਗਸ ਔਨ ਦ ਰੋਡ। ਹੁਣ ਜਦੋਂ ਅਸੀਂ ਬਿਨਾਂ ਥੱਲੇ ਦੇਖੇ ਵਾਕ ਨਹੀਂ ਕਰਾਂਗੇ, ਚੱਲਾਂਗੇ, ਤਾਂ ਅਸੀਂ ਟਕਰਾ ਸਕਦੇ ਹਾਂ ਕਿਸੇ ਚੀਜ਼ ਨਾਲ, ਜਾਂ ਟ੍ਰਿਪ ਕਰ ਸਕਦੇ ਹਾਂ, ਜਾਂ ਗਿਰ ਸਕਦੇ ਹਾਂ ਰੋਡ 'ਤੇ। ਸੋ ਵੈਨ ਵੀ ਲੁੱਕ ਅਪ ਐਂਡ ਵਾਕ, ਜਦੋਂ ਅਸੀਂ ਬਿਲਕੁਲ ਉੱਤੇ ਦੇਖ ਕੇ ਚੱਲ ਰਹੇ ਹੁੰਦੇ, ਥੱਲੇ ਨਹੀਂ ਦੇਖਦੇ ਬਿਲਕੁਲ ਵੀ, ਫਿਰ ਕੀ ਹੁੰਦਾ, ਅਸੀਂ ਟਕਰਾ ਸਕਦੇ। ਯਾਨੀ ਵੈਨ ਵੀ ਲੁੱਕ ਅਪ ਐਂਡ ਵਾਕ। ਡੀ ਵਿਲ ਬੀ ਦ ਰਾਈਟ ਆਨਸਰ। ਹੁਣ ਆਉਂਦੇ ਆ ਕੁਐਸਚਨ ਨੰਬਰ 10 ਦੇ ਵਿੱਚ। ਹੁਣ 10 ਦੇ ਵਿੱਚ ਕੀ ਹੈ, ਦ ਫੋਲੋਇੰਗ 5 ਸੈਂਟੈਂਸਿਸ ਹੈਵ ਬੀਨ ਟੇਕਨ ਫਰੋਮ ਅ ਪੈਰਾਗ੍ਰਾਫ। ਹੁਣ ਕੁਛ 5 ਸੈਂਟੈਂਸਿਸ ਦਿੱਤੇ ਹੋਏ ਨੇ, ਉਹ ਇੱਕ ਪੈਰਾਗ੍ਰਾਫ ਦੇ ਵਿੱਚੋਂ ਲਏ ਗਏ ਨੇ। ਦ ਫਰਸਟ ਐਂਡ ਦ ਲਾਸਟ ਸੈਂਟੈਂਸ ਆਰ ਗਿਵਨ ਇਨ 3 ਸੈਂਟੈਂਸਿਸ। ਪਹਿਲਾਂ ਤੇ ਆਖਰੀ ਸੈਂਟੈਂਸ ਤੁਹਾਨੂੰ ਦਿੱਤਾ ਹੋਇਆ ਹੈ ਬਿਟਵੀਨ, ਤੇ ਬਾਕੀ ਦੇ ਵਿੱਚ ਵਾਲੇ ਕੀ ਨੇ, ਜੰਬਲ ਨੇ। ਹੁਣ ਅਸੀਂ ਕੀ ਕਰਨਾ ਹੈ, ਇਹਨਾਂ ਨੂੰ ਰੀਅਰੇਂਜ ਕਰਨਾ ਹੈ। ਸੋ ਨੰਬਰ 1 ਹੈਗਾ, ਅਸ਼ੋਕਾ ਵਾਜ਼ ਦ ਗ੍ਰੇਟੈਸਟ ਆਫ ਦ ਮੌਰਿਆ ਰੂਲਰ। ਹੁਣ ਅਸ਼ੋਕਾ ਦੀ ਗੱਲ ਹੋ ਰਹੀ ਹੈ, ਇੱਕ ਮੌਰਿਆ ਰੂਲਰ ਦੀ ਗੱਲ ਹੋ ਰਹੀ ਹੈ। ਸੋ ਉਸ ਤੋਂ ਬਾਅਦ ਕੀ ਆਏਗਾ, ਕਿਊ ਆਪਸ਼ਨ ਦੇ ਵਿੱਚ ਦਿੱਤਾ ਹੋਇਆ ਥਾਊਜ਼ੈਂਡਸ ਆਫ ਪੀਪਲ ਵਰ ਕਿਲਡ ਇਨ ਦ ਵਾਰ। ਮਤਲਬ ਕਿਉਂ ਨਹੀਂ ਆ ਸਕਦਾ, ਰੂਲਰ ਤੋਂ ਬਾਅਦ ਅਸੀਂ ਲੋਕਾਂ ਦੇ ਮਰਨ ਦੀ ਸਿੱਧੀ ਗੱਲ ਨਹੀਂ ਕਰ ਸਕਦੇ। ਆਰ ਦੇ ਵਿੱਚ ਕੀ ਹੈ, ਆਫਟਰ ਹਿਜ਼ ਅਸੈਸ਼ਨ ਟੂ ਦ ਥਰੋਨ ਅਸ਼ੋਕਾ ਫੌਟ ਦ ਕਲਿੰਗਾ ਵਾਰ। ਹੁਣ ਅਸ਼ੋਕਾ ਇੱਕ ਰੂਲਰ ਸੀ ਤਾਂ ਉਹ ਥਰੋਨ 'ਤੇ ਆਇਆ। ਯਾਨੀ ਇੱਥੋਂ ਸਾਨੂੰ ਇਹ ਪਤਾ ਲੱਗਦਾ ਸਾਡਾ ਜਿਹੜਾ ਆਰ ਆਪਸ਼ਨ ਹੈ ਉਹ ਕੀ ਹੈ, ਸਹੀ ਹੈ ਸਭ ਤੋਂ। ਯਾਨੀ ਸੈਕਿੰਡ 'ਤੇ ਕੀ ਆਏਗਾ, ਆਰ ਆਪਸ਼ਨ। ਅਤੇ ਇਸ ਦੇ ਵਿੱਚ ਹੈ, ਦ ਕਿੰਗ ਵਾਜ਼ ਮੂਵ ਨਾਟ ਓਨਲੀ ਬਾਈ ਦ ਗਰੂਸਮ ਮੈਸੈਕਰ ਬਟ ਆਲਸੋ। ਹੁਣ ਇੱਥੇ ਤੱਕ ਸਾਡਾ ਐਸ ਹੈਗਾ। ਹੁਣ ਇਹਦੇ ਵਿੱਚ ਕੀ ਹੈਗਾ, ਸਭ ਤੋਂ ਪਹਿਲਾਂ ਆਏਗਾ ਅਸ਼ੋਕਾ ਵਾਜ਼ ਦ ਗ੍ਰੇਟੈਸਟ ਆਫ ਦ ਮੌਰਿਆ ਰੂਲਰ। ਫਿਰ ਆਏਗਾ ਆਫਟਰ ਹਿਜ਼ ਅਸੈਸ਼ਨ ਟੂ ਦ ਥਰੋਨ ਅਸ਼ੋਕਾ ਫੌਟ ਦ ਕਲਿੰਗਾ ਵਾਰ। ਹੁਣ ਵਾਰ ਕਿਉਂਕਿ ਉਹਨੇ ਵਾਰ ਲੜਿਆ ਤਾਂ ਵਾਰ ਦੇ ਵਿੱਚ ਲੋਕ ਵੀ ਮਰੇ ਹੋਣਗੇ। ਫਿਰ ਆਏਗਾ ਕਿਊ, ਥਾਊਜ਼ੈਂਡਸ ਆਫ ਪੀਪਲ ਵਰ ਕਿਲਡ ਇਨ ਦ ਵਾਰ। ਫਿਰ ਉਸ ਤੋਂ ਬਾਅਦ ਆਏਗਾ ਦ ਕਿੰਗ ਵਾਜ਼ ਮੂਵ ਨਾਟ ਓਨਲੀ ਬਾਈ ਗਰੂਸਮ ਮੈਸੈਕਰ, ਕਿਉਂਕਿ ਲੋਕ ਮਰ ਗਏ ਤਾਂ ਮੈਸੈਕਰ ਮਤਲਬ ਬਹੁਤ ਤਾਦਾਦ ਵਿੱਚ ਲੋਕ ਮਰ ਜਾਣੇ, ਗਰੂਸਮ ਮੈਸੈਕਰ, ਬਟ ਆਲਸੋ ਬਾਈ ਦ ਸਫਰਿੰਗ ਆਫ ਪੀਪਲ। ਅਤੇ ਐਂਡ ਵਿੱਚ ਲੋਕ ਵੀ ਸਫਰ ਕਰਦੇ ਨੇ। ਸੋ ਇਹਦਾ ਜਿਹੜਾ ਸੀਕੁਐਂਸ ਹੈ ਉਹ ਸੀਕੁਐਂਸ ਰਹੇਗਾ ਆਰ ਕਿਊ ਐਸ। ਆਰ ਕਿਊ ਐਸ ਕੀ ਹੈ ਤੁਹਾਡਾ ਸੀਕੁਐਂਸ ਰਹੇਗਾ। ਸੋ ਕਰੈਕਟ ਆਨਸਰ ਕੀ ਰਹੇਗਾ, ਆਪਸ਼ਨ ਨੰਬਰ ਬੀ, ਆਰ ਕਿਊ ਐਸ। ਨੈਕਸਟ 'ਤੇ ਆਉਂਦੇ ਹਾਂ ਕੁਐਸਚਨ ਨੰਬਰ 11। ਸਿਲੈਕਟ ਦ ਮੋਸਟ ਐਪਰੋਪਰੀਏਟ ਆਪਸ਼ਨ ਟੂ ਫਿਲ ਇਨ ਦ ਬਲੈਂਕ। ਹੁਣ ਅਸੀਂ ਕੀ ਕਰਨਾ ਹੈ, ਇੱਕ ਐਪਰੋਪਰੀਏਟ ਆਪਸ਼ਨ ਲੱਭਣਾ ਹੈ ਬਲੈਂਕ ਵਿੱਚ ਫਿਲ ਕਰਨ ਲਈ। ਡੈਸ਼ ਯੂਨੀਵਰਸਿਟੀ ਇਜ਼ ਅ ਪਲੇਸ ਫॉर ਨਰਚਰਿੰਗ ਥਾਟਸ ਐਂਡ ਲਿਬਰਲ ਥਿੰਕਿੰਗ। ਹੁਣ ਇੱਥੇ ਕਿਹਦੀ ਗੱਲ ਹੋ ਰਹੀ ਹੈ, ਯੂਨੀਵਰਸਿਟੀ ਦੀ ਗੱਲ ਹੋ ਰਹੀ ਹੈ। ਜਦੋਂ ਅਸੀਂ ਆਰਟੀਕਲਸ ਦੀ ਗੱਲ ਕਰਦੇ ਹਾਂ, ਆਰਟੀਕਲਸ ਵਿੱਚ ਸਾਡੇ ਕੋਲ ਵੋਵਲਸ ਹੁੰਦੇ ਈ ਆਈ ਓ ਅਤੇ ਯੂ। ਹੁਣ ਕਿਉਂਕਿ ਯੂ ਵੋਵਲਸ ਨਾਲ ਅਸੀਂ ਐਨ ਲਗਾਉਂਦੇ ਹਾਂ, ਬਟ ਇੱਥੇ ਅਸੀਂ ਸਾਊਂਡ ਚੈੱਕ ਕਰਾਂਗੇ। ਵੋਵਲਸ ਦੇ ਨਾਲ ਵੋਵਲ ਕੌਨਸੋਨੈਂਟ ਦੇ ਨਾਲ ਅਸੀਂ ਸਾਊਂਡ ਚੈੱਕ ਕਰਦੇ ਹਾਂ। ਜਦੋਂ ਯੂ ਵਾਲਾ ਸਾਊਂਡ ਦੇ ਉਦੋਂ ਉਹਦੇ ਨਾਲ ਕੀ ਯੂਜ਼ ਕਰਨਾ ਹੈ, ਆਰਟੀਕਲ ਏ। ਔਰ ਜਦੋਂ ਯੂ ਅ ਵਾਲਾ ਸਾਊਂਡ ਦੇ ਫਿਰ ਆਰਟੀਕਲ ਐਨ। ਐਗਜ਼ਾਮਪਲ ਅੰਪਾਇਰ। ਹੁਣ ਇਹਦੇ ਵਿੱਚ ਅ ਅੰਪਾਇਰ ਨਹੀਂ ਹੁੰਦਾ, ਐਨ ਅੰਪਾਇਰ ਹੁੰਦਾ। ਇਹਦੇ ਵਿੱਚ ਕੀ ਹੈ, ਯੂਨੀਵਰਸਿਟੀ। ਯੂ ਸਾਊਂਡ ਦਿੱਤਾ ਤਾਂ ਉਹਦੇ ਨਾਲ ਅਸੀਂ ਇਨਡੈਫੀਨਿਟ ਆਰਟੀਕਲ ਏ ਯੂਜ਼ ਕਰਾਂਗੇ। ਸੋ ਜਿਹੜਾ ਤੁਹਾਡਾ ਕਰੈਕਟ ਆਨਸਰ ਉਹ ਰਹੇਗਾ ਅ ਯੂਨੀਵਰਸਿਟੀ। ਅ ਯੂਨੀਵਰਸਿਟੀ ਇਜ਼ ਅ ਪਲੇਸ ਫॉर ਨਰਚਰਿੰਗ ਥਾਟਸ ਐਂਡ ਲਿਬਰਲ ਥਿੰਕਿੰਗ। ਬਹੁਤ ਸਾਰਿਆਂ ਦੇ ਮਨ ਵਿੱਚ ਸਵਾਲ ਹੋਏਗਾ ਵੀ ਦ ਯੂਨੀਵਰਸਿਟੀ ਕਿਉਂ ਨਹੀਂ ਯੂਜ਼ ਕੀਤਾ। ਦ ਇਸ ਲਈ ਨਹੀਂ ਯੂਜ਼ ਕੀਤਾ ਕਿਉਂਕਿ ਦ ਯੂਜ਼ ਹੁੰਦਾ ਡੈਫੀਨਿਟ ਆਰਟੀਕਲ ਲਈ, ਯਾਨੀ ਜਦੋਂ ਅਸੀਂ ਕੋਈ ਚੀਜ਼ ਡੈਫੀਨਿਟ ਦੱਸਦੇ ਹਾਂ। ਹੁਣ ਇਹਦੇ ਵਿੱਚ ਮੈਂ ਸਿੰਪਲ ਇੱਕ ਯੂਨੀਵਰਸਿਟੀ ਦੀ ਗੱਲ ਕੀਤੀ ਹੈ, ਕੋਈ ਸਪੈਸ਼ਲ ਯੂਨੀਵਰਸਿਟੀ ਦਾ ਨਾਮ ਨਹੀਂ ਲਿੱਤਾ। ਜਦੋਂ ਅਗਰ ਕਿਸੇ ਯੂਨੀਵਰਸਿਟੀ ਦਾ ਨਾਮ ਲਿੱਤਾ ਹੁੰਦਾ, ਫੋਰ ਐਗਜ਼ਾਮਪਲ ਦ ਥਾਪਰ ਯੂਨੀਵਰਸਿਟੀ, ਫਿਰ ਉਹਦੇ ਵਿੱਚ ਦ
ਕਰੈਕਟ ਸੀਗਾ, ਫਿਰ ਦ ਆ ਸਕਦਾ ਸੀ ਬਿਕਾਜ਼ ਮੈਂ ਡਿਫਾਈਨ ਕਰਕੇ ਦੱਸਤਾ ਵੀ ਬਾਕੀ ਸਾਰੀ ਯੂਨੀਵਰਸਿਟੀ ਨਾਲ ਆਹ ਵਾਲੀ ਯੂਨੀਵਰਸਿਟੀ ਦੀ ਮੈਂ ਗੱਲ ਕਰ ਰਹੀ ਹਾਂ, ਬਟ ਇਹਦੇ 'ਚ ਇੱਕ ਨੋਰਮਲ ਯੂਨੀਵਰਸਿਟੀ ਦਾ ਨਾਮ ਲਿੱਤਾ ਹੈ ਉਹਦੇ ਪ੍ਰਾਇਮਰੀ ਪਰਪਸ ਦਾ, ਦੈਟਸ ਇਟ। ਸੋ ਉਹਦੇ ਲਈ ਅਸੀਂ ਯੂਜ਼ ਕਰਾਂਗੇ ਆਰਟੀਕਲ ਏ ਵਿਲ ਬੀ ਦਾ ਰਾਈਟ ਆਂਸਰ। ਨੈਕਸਟ ਕੁਐਸਚਨ 'ਤੇ ਆਉਂਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਕੀ ਹੈ, select the most appropriate option to fill in the blank. This year we are celebrating the 150th birth anniversary of Gandhi ji dash the father of the nation. ਇਹਦੇ ਜਿਹੜਾ ਤੁਹਾਡਾ ਕਰੈਕਟ ਆਨਸਰ ਹੈ ਉਹ ਰਹੇਗਾ the father of the nation. ਡੈਫੀਨੇਟ ਡਿਫਾਈਨ ਕਰਕੇ ਦੱਸਤਾ ਫਾਦਰ ਆਫ ਦ ਨੇਸ਼ਨ, ਸੋ ਉਹਦੇ ਵਿੱਚ ਤੁਸੀਂ ਆਰਟੀਕਲ ਯੂਜ਼ ਕਰੋਗੇ ਦ। ਜਦੋਂ ਕੋਈ ਚੀਜ਼ ਕਿਸੇ ਚੀਜ਼ ਨੂੰ ਤੁਸੀਂ ਡੈਫੀਨੇਟ ਕਰਕੇ ਦੱਸਦੇ ਹੋ ਉਹ ਚੀਜ਼ ਜਿਹੜੀ ਤੁਸੀਂ ਵਿਜ਼ੂਅਲਾਈਜ਼ ਕਰ ਸਕੋ ਅਤੇ ਨੋਨ ਹੋਵੇ, ਸਾਰਿਆਂ ਨੂੰ ਉਸ ਚੀਜ਼ ਬਾਰੇ ਪਤਾ ਹੋਵੇ, ਤਾਂ ਤੁਸੀਂ ਕੀ ਯੂਜ਼ ਕਰਦੇ ਹੋ ਆਪਣਾ ਡੈਫੀਨੇਟ ਆਰਟੀਕਲ ਦ। ਸੋ ਦਾ ਆਪਸ਼ਨ ਰਹੇਗਾ ਆਪਸ਼ਨ ਸੀ ਵਿਲ ਬੀ ਦ ਰਾਈਟ ਆਂਸਰ। So these are some of the students who have scored really good marks and have excelled in their respective examinations from Career Edge Institute। और जो कोई भी अच्छे marks चाहता है या किसी चीज़ qualify करना चाहता है तो do call on the given numbers for Career Edge Institute, and कोई test papers या books या online classes offline classes, so given numbers ते call करो या institute आके अपनी तुसी inquiry दे सकते हो, पूछ सकते हो। मोस्ट वेलकम। ਹੁਣ ਆਉਂਦੇ ਆ ਕੁਐਸਚਨ ਨੰਬਰ 13 ਤੇ। ਕੁਐਸਚਨ 13 'ਚ ਕੀ ਹੈ, ਸਿਲੈਕਟ ਦ ਮੋਸਟ ਐਪਰੋਪਰੀਏਟ ਆਪਸ਼ਨ ਟੂ ਫਿਲ ਇਨ ਦ ਬਲੈਂਕਸ। ਹੁਣ ਇਹਦੇ ਵਿੱਚ ਵੀ ਅਸੀਂ ਬਲੈਂਕ ਫਿਲ ਅਪ ਕਰਨਾ ਹੈ। ਦ ਬੈਸਟ ਥਿੰਗ ਟੂ ਡੂ ਇਜ਼ ਟੂ ਲੁੱਕ ਅਹੈਡ ਡੈਸ਼ ਫਰੰਟ ਆਫ ਅਸ ਐਂਡ ਵਾਕ। ਮਤਲਬ ਬੈਸਟ ਚੀਜ਼ ਕੀ ਹੈ ਕਿ ਸਾਹਮਣੇ ਦੇਖਣਾ, ਜੋ ਵੀ ਸਾਡੇ ਸਾਹਮਣੇ ਹੈ ਐਂਡ ਤੁਰਨਾ। ਸੋ ਇਹਦੇ ਵਿੱਚ ਜਿਹੜਾ ਐਪਰੋਪਰੀਏਟ ਆਪਸ਼ਨ ਹੈ ਉਹ ਹੈਗਾ ਇਨ, ਯਾਨੀ in front of us and walk. The best thing to do is to look ahead in front of us and walk. in मतलब in front मतलब सामने होना, so in front एक इकट्ठा वर्ड है, एक प्रपोजिशन है, तो ਇਹਦਾ मतलब ਹੁੰਦਾ सामने होना, in front। नेक्स्ट क्वेश्चन ਤੇ ਆਨੇ ਆ क्वेश्चन नंबर 14। ਹੁਣ क्वेश्चन 14 ਦੇ ਵਿੱਚ ਕੀ ਹੈ, ਸਿਲੈਕਟ ਦ ਮੋਸਟ ਐਪਰੋਪਰੀਏਟ ਮੀਨਿੰਗ ਆਫ ਦ ਫੋਲੋਇੰਗ ਈਡੀਅਮ। ਹੁਣ ਇਹਦੇ ਵਿੱਚ ਤੁਹਾਨੂੰ ਇੱਕ ਈਡੀਅਮ ਦਿੱਤਾ ਹੋਇਆ ਹੈ, ਉਹਦਾ ਤੁਸੀਂ ਮਤਲਬ ਦੱਸਣਾ ਹੈ। ਈਡੀਅਮ ਹੈਗਾ ਡਰਾਈ ਅਪ, ਤੇ 4 ਆਪਸ਼ਨ ਦਿੱਤੇ ਆ। ਪਹਿਲਾ ਹੈ ਡਰਾਈ ਸਮਥਿੰਗ ਅਪ ਦੇਅਰ, ਬੀ 'ਚ ਹੈਗਾ ਸਟਾਪ ਡੂਇੰਗ ਸਮਥਿੰਗ ਟੂ ਸਮਵਨ, ਸੀ 'ਚ ਹੈਗਾ ਬੀ ਕੁਆਇਟ, ਡੀ ਹੈ ਗੋ ਹੈਡ ਆਫ ਡੂਇੰਗ। ਹੁਣ ਇਹਦਾ ਜਿਹੜਾ ਕਰੈਕਟ ਆਂਸਰ ਹੈ ਉਹ ਆਂਸਰ ਨੰਬਰ ਸੀ ਹੈ, ਬੀ ਕੁਆਇਟ। ਯਾਨੀ ਡਰਾਈ ਅਪ ਦਾ ਮਤਲਬ ਹੁੰਦਾ ਹੈ ਚੁੱਪ ਕਰ ਜਾਣਾ, ਚੁੱਪ ਕਰ ਜਾਣਾ। बी क्वाइट, कोई भी चीज़ तुसी कर रहे हो ड्राई अप होना मतलब चुप करना। सो ਇਹਦਾ ਈਡੀਅਮ ਦਾ ਕਰੈਕਟ ਆਂਸਰ ਹੋਏਗਾ ਆਂਸਰ ਨੰਬਰ ਸੀ, ਬੀ ਕੁਆਇਟ। ਹੁਣ ਆਉਂਦੇ ਆ 15 ਤੇ ਕੁਐਸਚਨ ਨੰਬਰ 15 ਦੇ ਵਿੱਚ ਕੀ ਹੈਗਾ ਕਿ ਤੁਹਾਨੂੰ 4 ਆਪਸ਼ਨ ਦਿੱਤੇ ਹੋਏ ਆ, ਉਹਨਾਂ ਵਿੱਚੋਂ ਕੋਈ ਇੱਕ ਆਪਸ਼ਨ ਹੈ ਜਿਸ ਦੇ ਸਪੈਲਿੰਗ ਕਰੈਕਟ ਨੇ, ਕਰੈਕਟਲੀ ਸਪੈਲਡ ਹੈ। ਸਟ੍ਰੈਟਜੀ ਦਿੱਤਾ ਹੋਇਆ, ਸੋ ਸਟ੍ਰੈਟਜੀ ਦੇ ਜਿਹੜੇ ਕਰੈਕਟ ਸਪੈਲਿੰਗ ਹੁੰਦੇ ਆ ਉਹ ਹੁੰਦੇ ਆ STRATEGY, STRATEGY। ਸੋ ਇਹ ਤੁਹਾਡੇ ਕੀ ਰਹਿਣਗੇ ਕਰੈਕਟ ਸਪੈਲਿੰਗ ਆਫ ਸਟ੍ਰੈਟਜੀ। ਕੁਐਸਚਨ 16 ਦੇ ਵਿੱਚ ਕੀ ਹੈ, ਅ ਸੈਂਟੈਂਸ ਇਜ਼ ਡਿਵਾਈਡਡ ਇਨਟੂ 4 ਪਾਰਟਸ। ਹੁਣ ਸੈਂਟੈਂਸ ਹੈ 4 ਪਾਰਟਸ ਦੇ ਵਿੱਚ ਡਿਵਾਈਡਡ ਹੈ, ਤਾਂ ਅਸੀਂ ਕੀ ਕਰਨਾ ਹੈ, ਇਹ ਸਾਰੇ ਪਾਰਟਸ ਦੇ ਵਿੱਚ ਕਿਸੇ ਇੱਕ ਪਾਰਟ ਦੇ ਵਿੱਚ ਐਰਰ ਹੈ, ਤਾਂ ਅਸੀਂ ਉਹ ਐਰਰ ਨੂੰ ਲੱਭਣਾ ਵੀ ਕਿਸ ਪਾਰਟ ਦੇ ਵਿੱਚ ਐਰਰ ਹੈ। ਹੁਣ ਇਹਦੇ ਵਿੱਚ ਕੀ ਹੈ, ਹੀ ਫੈਲਟ ਦੈਟ ਹੀ ਵਾਜ਼ ਬਰੋਕ। ਹੁਣ ਉਹਨੇ ਕੋਈ ਚੀਜ਼ ਫੀਲ ਕੀਤੀ, ਉਹ ਆਲਰੇਡੀ ਦੱਸ ਰਿਹਾ ਮੈਂ ਫੀਲ ਕੀਤੀ, ਤਾਂ ਉਹਦੇ ਵਾਸਤੇ ਉਹਨੂੰ ਪੁਆਇੰਟ ਆਊਟ ਕਰਨ ਦੀ ਲੋੜ ਨਹੀਂ ਹੈ, ਨੋ ਨੀਡ ਆਫ ਦੈਟ। ਸੋ ਆਪਸ਼ਨ ਏ ਇਜ਼ ਦਾ ਕਰੈਕਟ, ਐਰਰ ਇਹਦੇ ਵਿੱਚ ਹੈ, ਤਾਂ ਦੈਟ ਨੂੰ ਰਿਮੂਵ ਕਰ ਦਿਓ। ਹੀ ਫੈਲਟ ਹੀ ਵਾਜ਼ ਬਰੋਕ, ਉਹਨੂੰ ਲੱਗਿਆ ਉਹ ਬਰੋਕ ਹੈ। ਬਰੋਕ ਮਤਲਬ ਹੋਣਾ ਵੀ ਤੁਹਾਡੇ ਕੋਲ ਕੋਈ ਪੈਸਾ ਧੇਲਾ ਕੁਛ ਨਾ ਹੋਣਾ, ਗਰੀਬ ਹੋਣਾ ਟੋਟਲੀ। So he felt he was broke. A will be the right answer. Next ਅਸੀਂ ਆਉਂਦੇ ਹਾਂ ਕੁਐਸਚਨ ਨੰਬਰ 17 ਤੇ। 17 ਦੇ ਵਿੱਚ ਕੀ ਹੈ, ਸਿਲੈਕਟ ਦ ਕਰੈਕਟ ਆਰਡਰ ਆਫ ਦ ਪਾਰਟ ਆਫ ਦ ਸੈਂਟੈਂਸ ਟੂ ਫਾਰਮ ਅ ਮੀਨਿੰਗਫੁਲ ਸੈਂਟੈਂਸ। ਹੁਣ ਤੁਹਾਨੂੰ ਸੈਂਟੈਂਸਿਸ ਦਿੱਤੇ ਹੋਏ ਆ ABCD, ਤੁਸੀਂ ਉਹਨੂੰ ਕਰੈਕਟ ਆਰਡਰ ਦੇ ਵਿੱਚ ਲਿਖਣਾ ਹੈ, ਅਤੇ ਤੁਹਾਨੂੰ ਫਸਟ ਉਹਦਾ ਦਿੱਤਾ ਹੋਇਆ ਦੇਅਰ, ਸਟਾਰਟਿੰਗ ਪੁਆਇੰਟ ਤੁਹਾਨੂੰ ਦਿੱਤਾ ਹੋਇਆ ਦੇਅਰ। ਦੇਅਰ
सब तो पहला थिंग्स दैट वन, बी इज़ यूजिंग इंटरनेट, सी इज़ आर मैनी तो डी इज़ कैन डू। हुण जो इहदा जिहड़ा करैक्ट आंसर है, करैक्ट आंसर तुहाडा रहेगा आंसर नंबर बी। देयर आर मैनी थिंग्स दैट वन कैन डू यूजिंग इंटरनेट, मतलब बहुत सारी चीज़ां ने जिहड़ा ਅਸੀਂ कर सकते हैं किस नाल, यूजिंग इंटरनेट के यूज़ नाल। सो इसदा जो करैक्ट आंसर है वो थोड़ा रहेगा आंसर नंबर बी, CADB। हुण आंदे क्वेश्चन 18 ते। क्वेश्चन 18 दे विच की है, सिलेक्ट द करैक्ट ऑर्डर ऑफ द पार्ट ऑफ द सेंटेंस टू फॉर्म अ मीनिंगफुल सेंटेंस। हुण इहदे विच भी सेम चीज़ है, ABCD तुहानूं सेंटेंस दिते हुए हैं, तुसीं उहनूं करैक्ट ऑर्डर दे विच लैके आना है। हुण ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਤੁਹਾਨੂੰ ਸਟਾਰਟਿੰਗ ਪੁਆਇੰਟ ਅਗੇਨ ਗਿਵਨ ਹੈ। ਸਟਾਰਟਿੰਗ ਕੀ ਹੈਗਾ, when number 1 is achievers, you look at, seems awesome to you, their frame and success। ਹੁਣ ਜਿਹੜਾ ਇਹਦਾ ਕਰੈਕਟ ਆਨਸਰ ਹੈ, ਕਰੈਕਟ ਆਨਸਰ ਹੈਗਾ BADC। ਹੁਣ ਉਹ ਕਿਵੇਂ, when you look at, ਵੀ ਜਦੋਂ ਤੁਸੀਂ ਦੇਖਦੇ ਹੋ ਕਿਹਨਾਂ ਨੂੰ ਦੇਖੋਗੇ, ਕਿਸ ਨੂੰ ਤਾਂ ਦੇਖੋਗੇ, ਕਿਹਨੂੰ, ਅਚੀਵਰਸ ਨੂੰ। when you look at achievers, फिर देयर फेम एंड सक्सैस, क्योंकि वो अचीवर्स ने, उन्होंने को सक्सैस है, देयर फेम एंड सक्सैस सीम ऑसम टू यू, वो तुहानूं वधिया लगदी है। सो BADC इज़ द राइट आंसर। वैन यू लुक एट अचीवर्स, देयर फेम एंड सक्सैस सीम ऑसम टू यू। सो करैक्ट आंसर तुहाडा रहेगा आंसर A, BADC। लास्ट क्वेश्चन हैगा, सिलेक्ट द ग्रामैटिकली करैक्ट सेंटेंस। हुण इहदे विच जिहड़ा ग्रामैटिकली करैक्ट है सेंटेंस, तुसीं उसनूं फाइंड आउट करना है। अगेन 4 सेंटेंसिस दिते हुए ने, आपां रीड करते हैं। फर्स्ट हैगा, सुनैना हैज़ वर्कड हार्ड, शी वुड हैव क्लीयर्ड द टेस्ट। नंबर 2 इज सुनैना हैड वर्कड हार्ड, शी शैल हैव क्लीयर्ड द टेस्ट। हुण इहदे जिहड़ा शैल है, शैल हुंदा किसी चीज़ लई तुसीं श्योर ना हो, तां आंसर B तां बिल्कुल नहीं है, 2 इज़ नॉट द आंसर। If Sunana worked hard, she would have cleared the test. If Sunana worked hard, ਉਹਨੇ ਵਿੱਚ would have ਤਾਂ यूज़ कर लिया, बट ਜਦੋਂ ਵੀ ਅਸੀਂ ਕਦੀ would have यूज़ ਕਰਦੇ ਹਾਂ ਤਾਂ ਉਹਦੇ ਨਾਲ परफेक्ट टेंस होना बहुत ज़रूरी है, पर ਇਹਦੇ ਵਿੱਚ ਕਿਤੇ ਵੀ परफेक्ट नहीं है, सिंपल पास्ट टेंस है। सो आंसर ਤੁਹਾਡਾ ਕੀ रहेगा, if Sunana had worked hard, she would have cleared the test। So 4 is the correct answer। if Sunana had थोड़ा आंदा पास्ट परफेक्ट टेंस है। जो तुसी परफेक्ट टेंस यूज़ करते हो तो सैकेंड क्लॉज दे विच तुसी की यूज़ करते हो, वुड हैव। सो 4 विल बी द राइट आंसर। एंड कोई भी गवर्नमेंट एग्जाम है, कोई भी तरह का तुसी एग्जाम देना चाहते हो, उसदे लई तुसी ऑफलाइन क्लासेस, ऑनलाइन क्लासेस, स्टडी मटीरियल, टेस्ट बाय कर सकते हो। न्यू बैच इज़ गोइंग टू स्टार्ट फ्रॉम 11 October। सो डू हरी एंड आस्क फॉर योर इंक्वायरीज ऑन द गिवन नंबर्स। थैंक यू।